ਜਦੋਂ ਵੀ ਕੁਝ ਗਲਤ ਹੁੰਦਾ ਉਸ ਦੇ ਵਿੱਚ ਸਰਕਾਰ ਹੀ ਜ਼ਿੰਮੇਵਾਰ ਹੁੰਦੀ ਹੈ। ਨੋ ਡਾਊਟ ਕਾਫੀ ਸਾਲਾਂ ਤੋਂ ਇਹ ਕੇਸ ਚੱਲ ਰਿਹਾ ਸੀਗਾ। ਇੱਕ ਜਿਹੜੀ ਸਰਕਾਰ ਬੈਠੀ ਹੁੰਦੀ ਹੈ, ਕਿਉਂਕਿ ਜਨਤਾ ਇਸੇ ਕਰਕੇ ਆਪਣੀ ਸਰਕਾਰ ਬਣਾਉਂਦੀ ਹੈ ਤਾਂ ਜੋ ਜਿਹੜੀ ਜਨਤਾ ਦੀ ਹੱਕ ਦੀ ਆਵਾਜ਼ ਹੈ ਉਹ ਸਰਕਾਰ ਤੱਕ ਪਹੁੰਚ ਸਕੇ। ਹੁਣ ਕਿਉਂਕਿ ਇੰਨੀ ਸਰਦੀ ਦੇ ਵਿੱਚ ਉਹ ਕਹਿੰਦੇ ਸਾਨੂੰ ਬੇਕਾਰ ਕਰ ਦਿੱਤਾ ਤੇ ਅਸੀਂ ਫਲੈਟਸ ਦੇ ਵਿੱਚ ਨਹੀਂ ਰਹਿਣਾ। ਬਾਰ-ਬਾਰ ਇਹ ਡਿਮਾਂਡ ਹੈ ਕਿ ਇੱਕ ਡਿਮਾਰਕੇਸ਼ਨ ਕੀਤੀ ਜਾਵੇ। ਕੋਈ ਵੀ ਹੈ, ਚਾਹੇ ਕੋਈ ਗਵਰਨਮੈਂਟ ਜੋਬ 'ਚ ਹੈ, ਚਾਹੇ ਕੋਈ ਪ੍ਰਾਈਵੇਟ ਹੈ, ਚਾਹੇ ਆਮ ਪਬਲਿਕ ਹੈ, ਕੋਈ ਵੀ ਕੰਮ ਜਿਹੜਾ ਇਕੱਲੇ ਇਨਸਾਨ ਦੇ ਨਹੀਂ ਕਰ ਸਕਦਾ। ਅਸੀਂ ਕਹੀਏ ਹਾਂ ਪੁਲਿਸ ਪ੍ਰਸ਼ਾਸਨ ਕੁਝ ਕਰ ਸਕਦਾ ਹੈ ਤਾਂ ਹੀ ਹੋਏਗਾ ਕਿ ਅਗਰ ਅਸੀਂ ਪਬਲਿਕ ਉਹਨਾਂ ਦੇ ਨਾਲ ਕੋਆਪਰੇਟ ਕਰਾਂਗੇ। ਮੈਂ ਤੇ ਹਮੇਸ਼ਾ ਹੀ ਚਾਹਾਂਗੀ ਕਿ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਪੇਸ਼ੈਂਸ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਔਰ ਬਿਲਡਿੰਗ ਬਣਾਉਣ ਵਾਲੇ ਉਹਨਾਂ ਨੂੰ ਵੀ ਕੋਈ ਆਲਸ ਨਹੀਂ ਕਰਨਾ ਚਾਹੀਦਾ। ਆਫਿਸ ਦੇ ਵਿੱਚ ਜਾ ਕੇ ਜੋ ਵੀ ਉਹਨਾਂ ਦਾ ਫਾਈਲ ਵਰਕ ਹੈ, ਚਾਹੇ 5 ਦਿਨ ਲੱਗਣ ਚਾਹੇ 10 ਦਿਨ ਲੱਗਣ, ਆਪਣਾ ਆਫਿਸ ਵਰਕ ਕੰਪਲੀਟ ਕਰਕੇ ਆਪਣੀਆਂ ਜਿਹੜੀਆਂ ਬਿਲਡਿੰਗਸ ਬਣਾਉਣੀਆਂ ਚਾਹੀਦੀਆਂ। ਪੰਜਾਬ ਪ੍ਰੋ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਦੀਪਾਲੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਜਲੰਧਰ ਦੀ ਵਾਰਡ ਨੰਬਰ 27 ਦੀ ਕੌਂਸਲਰ ਅਰੁਣਾ ਅਰੋੜਾ ਜੀ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਨੂੰ ਪੁੱਛਦੇ ਹਾਂ ਕਿ ਇਹ ਜੋ ਵੀ ਲਤੀਫਪੁਰੇ ਹੋਇਆ ਹੈ ਇਸ ਦਾ ਜ਼ਿੰਮੇਦਾਰ ਕਿਸ ਨੂੰ ਠਹਿਰਾ ਰਹੇ ਨੇ। ਨਮਸਕਾਰ ਮੈਮ। ਨਮਸਕਾਰ ਜੀ। ਮੈਮ ਪਹਿਲੇ ਤਾਂ ਪੰਜਾਬ ਪ੍ਰੋ ਟੀਵੀ ਦੇ ਵਿੱਚ ਅਸੀਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਮੈਮ ਅਗਰ ਗੱਲ ਕਰੀਏ ਲਤੀਫਪੁਰੇ ਦੀ ਤਾਂ ਤੁਹਾਨੂੰ ਪਤਾ ਹੀ ਹੈ ਕਿ ਲਤੀਫਪੁਰੇ ਵਿੱਚ ਕਈ ਲੋਕਾਂ ਨੂੰ ਘਰ ਤੋਂ ਬੇਕਾਰ ਕਰ ਦਿੱਤਾ ਗਿਆ ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਇਹਦੇ ਵਿੱਚ ਮੈਂ ਇੱਕ ਸਰਕਾਰ ਦੀ ਨਲਾਇਕੀ ਹੀ ਕਹਾਂਗੀ, ਕਿਉਂਕਿ ਹਮੇਸ਼ਾ ਜਦੋਂ ਵੀ ਕੁਝ ਗਲਤ ਹੁੰਦਾ ਉਸ ਦੇ ਵਿੱਚ ਸਰਕਾਰ ਹੀ ਜ਼ਿੰਮੇਵਾਰ ਹੁੰਦੀ ਹੈ। ਨੋ ਡਾਊਟ ਕਾਫੀ ਸਾਲਾਂ ਤੋਂ ਇਹ ਕੇਸ ਚੱਲ ਰਿਹਾ ਸੀਗਾ ਔਰ ਇੱਕਦਮ ਇੰਨੀ ਸਰਦੀ ਦੇ ਵਿੱਚ ਆ ਕੇ ਕਹਿ ਦਿੱਤਾ ਗਿਆ ਕਿ ਸੁਪਰੀਮ ਕੋਰਟ ਦੇ ਆਰਡਰ ਹੈ। ਅਸੀਂ ਸੁਪਰੀਮ ਕੋਰਟ ਦੇ ਆਰਡਰਸ ਦਾ ਸਵਾਗਤ ਕਰਦੇ ਹਾਂ, ਬਟ ਜਿਹੜੇ ਸੁਪਰੀਮ ਕੋਰਟ ਦੇ ਜੱਜਿਸ ਹੈ ਉਹਨਾਂ ਕੋਲ ਤੇ ਕੋਈ ਕੇਸ ਜਾਣਾ ਹੈ, ਉਹਨਾਂ ਨੇ ਉਹਦੇ ਅਕੋਰਡਿੰਗ ਜੋ ਵੀ ਉਹਦਾ ਹੋਏਗਾ ਰਿਜ਼ਲਟ ਸਹੀ ਉਹਨਾਂ ਨੇ ਦੇ ਦੇਣਾ ਹੈ। ਲੇਕਿਨ ਇੱਕ ਜਿਹੜੀ ਸਰਕਾਰ ਬੈਠੀ ਹੁੰਦੀ ਹੈ, ਕਿਉਂਕਿ ਜਨਤਾ ਇਸੇ ਕਰਕੇ ਆਪਣੀ ਸਰਕਾਰ ਬਣਾਉਂਦੀ ਹੈ ਤਾਂ ਜੋ ਜਿਹੜੀ ਜਨਤਾ ਦੀ ਹੱਕ ਦੀ ਆਵਾਜ਼ ਹੈ ਉਹ ਸਰਕਾਰ ਤੱਕ ਪਹੁੰਚ ਸਕੇ। ਲੇਕਿਨ ਸਾਡੇ ਜਿਹੜੇ ਇੱਥੇ ਦੇ ਲੋਕਲ MLAs ਜਾਂ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਹੈ, ਉਹਨਾਂ ਨੂੰ ਮੋਸਟਲੀ ਕਾਫੀ ਟਾਈਮ ਹੈ ਜਿਹੜੇ ਸਾਡੇ ਲਤੀਫਪੁਰੇ ਵਾਲੇ ਲੋਕ ਮਿਲੇ ਸੀ ਜਾ ਕੇ ਕਿ ਤੁਸੀਂ ਇਹਦੀ ਇੱਕ ਡੀਮਾਰਕੇਸ਼ਨ ਕਰ ਦਿਓ, ਕਿ ਜਿਹਦੀ ਲੜਾਈ ਹਮੇਸ਼ਾ ਹੀ ਚੱਲਦੀ ਆ ਰਹੀ ਸੀ ਕਿ ਡੀਮਾਰਕੇਸ਼ਨ ਨਾ ਹੋਣ ਦੇ ਕਾਰਨ ਹਮੇਸ਼ਾ ਹੀ ਇੱਥੇ ਜਿਹੜੀ ਕਾਰਵਾਈ ਹੈ ਉਹ ਰੁਕਵਾਈ ਜਾਂਦੀ ਸੀ। ਮੈਂ ਔਰ ਮੇਰੇ ਹਸਬੈਂਡ ਵੀ ਕਿਉਂਕਿ ਪੋਲਿਟਿਕਸ ਵਿੱਚ ਸੀਗੇ, ਅਸੀਂ ਮੋਸਟਲੀ 3-4 ਵਾਰੀ ਜਦੋਂ ਵੀ ਇੱਥੇ ਕਾਰਵਾਈ ਲਈ ਕੋਈ ਟੀਮ ਆਉਂਦੀ ਸੀ, ਹਮੇਸ਼ਾ ਜਿਹੜੇ ਚੇਅਰਮੈਨ ਹੁੰਦੇ ਸੀ ਇੰਪਰੂਵਮੈਂਟ ਟਰਸਟ ਦੇ, ਉਹਨਾਂ ਨੂੰ ਜਾ ਕੇ ਅਸੀਂ ਰਿਕੁਐਸਟ ਕਰੀਦੀ ਸੀ ਕਿ ਡੀਮਾਰਕੇਸ਼ਨ ਕਰੋ ਔਰ ਲੋਕ ਇਹ ਜਗ੍ਹਾ ਛੋੜ ਦੇਣਗੇ। ਔਰ ਸੇਮ ਹੀ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਸੀ ਕਿ ਚੇਅਰਮੈਨ ਸਾਹਿਬ ਜਿਹੜੇ ਸੀ ਇੰਪਰੂਵਮੈਂਟ ਟਰਸਟ ਦੇ, ਉਹ ਆਪਣੀ ਇੱਕ ਟੀਮ ਨੂੰ ਭੇਜਦੇ, ਡੀਮਾਰਕੇਸ਼ਨ ਕਰਦੇ। ਡੀਮਾਰਕੇਸ਼ਨ ਕਰਨ ਤੋਂ ਬਾਅਦ ਅਗਰ ਇਹ ਲੋਕ ਜਗ੍ਹਾ ਨੂੰ ਖਾਲੀ ਨਾ ਕਰਦੇ ਤੇ ਫਿਰ ਵੀ ਥੋੜਾ ਜਿੰਨਾ ਮੌਸਮ ਠੀਕ ਹੋਣ ਤੇ ਗਰਮੀ ਹੋਣ ਤੇ ਥੋੜੀ ਜਿਹੀ ਕਾਰਵਾਈ ਕੀਤੀ ਜਾਂਦੀ, ਉਹ ਵੀ ਉਹਨੇ ਪੋਰਸ਼ਨ ਨੂੰ ਆਪਣੇ ਕਬਜ਼ੇ ਵਿੱਚ ਲੈਂਦੇ ਜੋ ਬੰਦਾ। ਮੈਂ ਤੁਹਾਨੂੰ ਰੋਕਣਾ ਚਾਹੂੰਗੀ, ਉੱਥੇ ਅਸੀਂ ਆਮ ਲੋਕਾਂ ਦੇ ਨਾਲ ਗੱਲਬਾਤ ਕੀਤੀ ਸੀ ਤੇ ਲੋਕਾਂ ਨੇ ਸਾਨੂੰ ਦੱਸਿਆ ਸੀਗਾ ਕਿ ਸਾਨੂੰ ਕੋਈ ਨੋਟਿਸ ਤੱਕ ਜਾਰੀ ਨਹੀਂ ਕੀਤਾ ਗਿਆ, ਰਾਤੋਂ ਰਾਤ ਸਾਡੇ ਘਰ ਢਾਹ ਦਿੱਤੇ ਗਏ, ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਨੋਟਿਸ ਬਾਰੇ ਤੇ ਮੈਨੂੰ ਨਹੀਂ ਪਤਾ ਕਿਉਂਕਿ ਨਿਊਜ਼ਪੇਪਰ ਦੇ ਵਿੱਚ 3-4 ਦਿਨ ਪਹਿਲੇ ਆ ਗਿਆ ਸੀਗਾ ਕਿ ਸੁਪਰੀਮ ਕੋਰਟ ਤੋਂ ਆਰਡਰ ਆ ਚੁੱਕੇ ਹੈ ਔਰ ਰਿਟਨ ਦੇ ਵਿੱਚ ਆਰਡਰ ਆ ਚੁੱਕੇ ਹੈ ਤੇ ਇਹਦੀ ਜਿਹੜੀ ਹੈ ਕਾਰਵਾਈ ਹੋ ਜਾਏਗੀ। ਔਰ ਲਤੀਫਪੁਰਾ ਨਿਵਾਸੀ ਜਿਹੜੇ ਹੈ ਆਪ ਦੇ MLAs ਨਾਲ ਮਿਲ ਕੇ ਜਾ ਵੀ ਰਹੇ ਸੀ, ਕਿਉਂਕਿ ਮੈਨੂੰ ਇਹ ਸੀ ਆਪ ਦੀ ਸਰਕਾਰ ਹੈ ਔਰ ਸਰਕਾਰ ਕੋਲ ਬਹੁਤ ਪਾਵਰ ਹੁੰਦੀ ਹੈ। ਅੱਗੇ ਚਾਹੇ BJP ਦੀ ਔਰ ਅਕਾਲੀ ਦਲ ਦੀ ਸਰਕਾਰ ਹੀ ਹੈ, ਚਾਹੇ ਸਾਡੀ ਕਾਂਗਰਸ ਦੀ ਸਰਕਾਰ ਹੀ ਹੈ, ਹਮੇਸ਼ਾ ਅਸੀਂ ਚੇਅਰਮੈਨ ਸਾਹਿਬ ਨੂੰ ਜਾ ਕੇ ਰਿਕੁਐਸਟ ਕਰਦੇ ਸੀ ਔਰ ਹਮੇਸ਼ਾ ਉਹ ਮੰਨ ਲੈਂਦੇ ਸੀ ਉਸ ਗੱਲ ਨੂੰ, ਕਿਉਂਕਿ ਦੇਖੋ ਸਰਕਾਰ ਕੋਲ ਪਾਵਰ ਬਹੁਤ ਹੁੰਦੀ ਹੈ। ਸਰਕਾਰ ਰਾਤੋਂ ਰਾਤ ਚਾਹੇ ਕੁਝ ਕਰਵਾ ਵੀ ਸਕਦੀ ਹੈ ਤੇ ਰਾਤੋਂ ਰਾਤ ਚਾਹੇ ਤੇ ਕੁਝ ਰੋਕ ਵੀ ਸਕਦੀ ਹੈ। ਮੈਮ ਅਗਰ ਮੈਂ ਸਰਕਾਰ ਦੀ ਗੱਲ ਕਰਾਂ ਤਾਂ ਭਗਵੰਤ ਮਾਨ ਜੀ ਨੇ ਐਲਾਨ ਕੀਤਾ ਸੀਗਾ ਕਿ 2 BH ਦੇ ਫਲੈਟ ਜਿਹੜੇ ਨੇ ਇਹਨਾਂ ਨੂੰ ਜਾਰੀ ਕੀਤੇ ਜਾਣਗੇ, ਮਤਲਬ ਇਹਨਾਂ ਨੂੰ ਦਿੱਤੇ ਜਾਣਗੇ, ਉਹ ਤਾਂ ਹਜੇ ਤੱਕ ਨਹੀਂ ਦਿੱਤੇ ਗਏ, ਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਬਟ ਦੇਖੋ, ਉਹ ਜਿਹੜੇ ਲੋਕ ਹੈ ਉਹ ਹੁਣ ਉਹਨਾਂ ਫਲੈਟਸ ਦੇ ਵਿੱਚ ਜਾਣ ਲਈ ਤਿਆਰ ਨਹੀਂ ਹੈ, ਕਿਉਂਕਿ ਉਹ ਕਹਿੰਦੇ ਨੇ ਕਿ ਅਸੀਂ ਖੁੱਲੇ ਆਸਮਾਨ ਦੇ ਵਿੱਚ ਰਹਿੰਦੇ ਸੀ, ਸਾਨੂੰ ਖੁੱਲੇ ਆਸਮਾਨ 'ਚ ਰਹਿਣਾ ਪਸੰਦ ਹੈ ਤੇ ਇਸ ਕਰਕੇ ਜਿਹੜੇ ਇਹ ਵਾਲੇ ਫਲੈਟਸ ਹੈ ਅਸੀਂ ਨਹੀਂ ਲੈਣੇ। ਜੇ ਹੋ ਸਕਦਾ ਹੈ ਪਹਿਲੇ ਜਿਸ ਤਰ੍ਹਾਂ ਇਹਨਾਂ ਨੇ ਇੱਕਦਮ ਰਾਤੋਂ ਰਾਤ ਇੱਕ ਕਹਿਰ ਢਾ ਦਿੱਤਾ, ਉਸ ਤੋਂ ਪਹਿਲੇ ਇਹਨਾਂ ਲੋਕਾਂ ਨਾਲ ਧੱਕਾ ਕਰਦੇ, ਟਰਾਲੀਆਂ ਲੈ ਕੇ ਇਹਨਾਂ ਦਾ ਸਮਾਨ ਉੱਥੇ ਸ਼ਿਫਟ ਕਰਾ ਦਿੰਦੇ, ਇਹਨਾਂ ਨੂੰ ਫਲੈਟਸ ਪਰ ਫੈਮਿਲੀ ਨੂੰ ਇੱਕ ਫਲੈਟ ਦੇ ਦਿੰਦੇ ਤਾਂ ਮੇ ਵੀ ਪੋਸੀਬਲ ਹੋ ਸਕਦਾ ਸੀ। ਬਟ ਹੁਣ ਕਿਉਂਕਿ ਇੰਨੀ ਸਰਦੀ ਦੇ ਵਿੱਚ ਉਹ ਕਹਿੰਦੇ ਸਾਨੂੰ ਬੇਕਾਰ ਕਰ ਦਿੱਤਾ ਤੇ ਅਸੀਂ ਫਲੈਟਸ ਦੇ ਵਿੱਚ ਨਹੀਂ ਰਹਿਣਾ। ਬਾਰ-ਬਾਰ ਇਹ ਡਿਮਾਂਡ ਹੈ ਕਿ ਇੱਕ ਡਿਮਾਰਕੇਸ਼ਨ ਕੀਤੀ ਜਾਵੇ, ਜੋ ਟਰਸਟ ਦੀ ਜਗ੍ਹਾ ਉਹ ਟਰਸਟ ਆਪਣੇ ਕਬਜ਼ੇ ਵਿੱਚ ਲੈ ਲੇ, ਜੋ ਜਗ੍ਹਾ ਬਾਕੀ ਬਚਦੀ ਹੈ ਉਹ ਇਹਨਾਂ ਲੋਕਾਂ ਨੂੰ ਚਾਹੇ 5-5 ਮਰਲੇ ਜਿੰਨੀ ਵੀ ਇਹਨਾਂ ਦੇ ਲੋਕਾਂ ਦੇ ਹਿੱਸੇ ਵਿੱਚ ਆਉਂਦੀ ਹੈ ਉਹ ਇਹਨਾਂ ਨੂੰ ਦਿੱਤੀ ਜਾਵੇ। ਤੇ ਮੈਂ
ਮੈਮ ਅਗਰ ਮੈਂ ਗੱਲ ਕਰਾਂ, ਤੁਸੀਂ ਦੇਖਿਆ ਹੋਏਗਾ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਸੀਗੀ ਜਿਹਦੇ ਵਿੱਚ ਪੁਲਿਸ ਪ੍ਰਸ਼ਾਸਨ ਜਿਹੜਾ ਆ ਉਹ ਮਤਲਬ ਇੱਕ ਵੱਡਾ ਅਫਸਰ ਸੀਗਾ, ਉਹ ਇੱਕ ਨੌਜਵਾਨ ਨੂੰ ਗਾਲਾਂ ਕੱਢਦਾ ਉਹਦੀ ਮਾਂ ਦੇ ਸਾਹਮਣੇ, ਇਹੋ ਜਿਹੀਆਂ ਗਾਲਾਂ ਕੱਢਦਾ ਕਿ ਜਿਹੜੇ ਸ਼ਬਦ ਅਸੀਂ ਇਸਤੇਮਾਲ ਨਹੀਂ ਕਰ ਸਕਦੇ। ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਗਾਲਾਂ ਕੱਢਣਾ ਸਹੀ ਸੀਗਾ? ਉਹ ਤਾਂ ਸਿਰਫ ਇੱਕ ਆਪਣੇ ਹੱਕ ਦੇ ਲਈ ਗੱਲ ਕਰ ਰਿਹਾ ਸੀਗਾ ਕਿ ਸਾਨੂੰ ਸਿਰਫ 10 ਮਿੰਟ ਦਿੱਤੇ ਜਾਣ, ਅਸੀਂ ਆਪਣਾ ਸਮਾਨ ਕੱਢ ਲਈਏ। ਤੇ ਹੁਣ ਤੁਹਾਨੂੰ ਕੀ ਲੱਗਦਾ ਕਿ ਇਹ ਸਹੀ ਸੀਗਾ? ਨਹੀਂ ਦੇਖੋ ਜੀ, ਮੈਂ ਤਾਂ ਕਹਿੰਦੀ ਹਾਂ ਕੋਈ ਵੀ ਹੈ, ਚਾਹੇ ਕੋਈ ਗਵਰਨਮੈਂਟ ਜੋਬ 'ਚ ਹੈ, ਚਾਹੇ ਕੋਈ ਪ੍ਰਾਈਵੇਟ ਹੈ, ਚਾਹੇ ਆਮ ਪਬਲਿਕ ਹੈ, ਕੋਈ ਵੀ ਕੰਮ ਜਿਹੜਾ ਇਕੱਲੇ ਇਨਸਾਨ ਦੇ ਨਹੀਂ ਕਰ ਸਕਦਾ। ਅਸੀਂ ਕਹੀਏ ਹਾਂ ਪੁਲਿਸ ਪ੍ਰਸ਼ਾਸਨ ਕੁਝ ਕਰ ਸਕਦਾ ਹੈ ਤਾਂ ਹੀ ਹੋਏਗਾ ਕਿ ਅਗਰ ਅਸੀਂ ਪਬਲਿਕ ਉਹਨਾਂ ਦੇ ਨਾਲ ਕੋਆਪਰੇਟ ਕਰਾਂਗੇ। ਮੈਂ ਤਾਂ ਹਮੇਸ਼ਾ ਹੀ ਚਾਹਾਂਗੀ ਕਿ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਪੇਸ਼ੈਂਸ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਔਰ ਪੇਸ਼ੈਂਸ ਨਾਲ ਹੀ ਡਿਸੀਜ਼ਨ ਲੈਣੇ ਚਾਹੀਦੇ ਹੈ, ਤਾਂ ਹੀ ਜਿਹੜਾ ਸਾਡਾ ਸਮਾਜ ਹੈ ਤਰੱਕੀ ਵੱਲ ਜਾ ਸਕਦਾ ਹੈ। ਤੇ ਮੈਮ ਹੁਣ ਇਹਨਾਂ ਦੇ ਮਤਲਬ ਇਹਨਾਂ ਦੇ ਹੱਕ ਦੇ ਲਈ ਹੁਣ ਇਹਨਾਂ ਲੋਕਾਂ ਦੇ ਲਈ ਕੀ ਕਰ ਰਹੀ ਹੈ ਸਰਕਾਰ? ਦੇਖੋ ਜੀ, ਆਪਣਾ ਪਰਸੋਂ ਸਰਕਟ ਹਾਊਸ ਵਿੱਚ ਬੁਲਾਇਆ ਗਿਆ ਸੀ, ਉੱਥੇ ਟਰਸਟ ਦੇ ਚੇਅਰਮੈਨ ਸਾਹਿਬ ਵੀ ਸੀ, ਡੀਸੀ ਸਾਹਿਬ ਵੀ ਸੀਗੇ ਔਰ ਇਹਨਾਂ ਦੇ ਕੋਲੋਂ ਸਾਰੀ ਜਿਹੜੀ ਇਹਨਾਂ ਦੀ ਫੈਮਿਲੀਜ਼ ਦੀ ਲਿਸਟ ਮੰਗੀ ਗਈ ਹੈ। ਉਹ ਲਿਸਟ ਜਿਹੜੀ ਹੈ ਡੈਰੀਆਂ ਵਾਲੇ ਤਿਆਰ ਕਰਕੇ ਦੇ ਰਹੇ ਹੈ। ਸੈਕਿੰਡਲੀ ਡੀਮਾਰਕੇਸ਼ਨ ਲਈ ਵੀ ਅਸੀਂ ਡੀਸੀ ਸਾਹਿਬ ਨੂੰ ਰਿਕੁਐਸਟ ਕੀਤੀ ਸੀ ਤੇ ਉਹ ਕਹਿੰਦੇ ਸੀ ਕਿ ਅਸੀਂ ਜਲਦੀ ਤੋਂ ਜਲਦੀ ਟਰਸਟ ਦੇ ਚੇਅਰਮੈਨ ਸਾਹਿਬ ਨੂੰ ਕਹਿ ਕੇ, ਕਿਉਂਕਿ ਜੋ ਵੀ ਦੇਖੋ ਕਾਰਵਾਈ ਹੈ ਉਹ ਚੇਅਰਮੈਨ ਟਰਸਟ ਵਾਲੇ ਨਹੀਂ ਕਰਨੀ, ਇੰਪਰੂਵਮੈਂਟ ਟਰਸਟ ਵਾਲੇ ਨਹੀਂ ਕਰਨੀ ਹੈ। ਤੇ ਇਸ ਲਈ ਬੈਟਰ ਜੀ ਹੈ ਕਿ ਮੀਡੀਆ ਦੇ ਥਰੂ ਅੱਗੇ ਵੀ ਉਹਨਾਂ ਨੂੰ ਮੈਂ ਕਈ ਵਾਰੀ ਇਹ ਕਿਹਾ ਸੀ ਕਿ ਆਵਾਜ਼ ਉਹਨਾਂ ਦੇ ਕੰਨਾਂ ਤੱਕ ਤੇ ਪਹੁੰਚ ਹੀ ਰਹੀ ਹੈ ਕਿ ਜਲਦੀ ਤੋਂ ਜਲਦੀ ਜਿਹੜੀ ਹੈ ਡੀਮਾਰਕੇਸ਼ਨ ਕੀਤੀ ਜਾਵੇ ਤਾਂ ਜੋ ਇਹ ਜਿਹੜੇ ਲੋਕ ਹੈ ਉਹ ਇੱਥੇ ਆਪਣੇ ਘਰਾਂ ਦੀਆਂ ਛੱਤਾਂ ਥੱਲੇ ਆ ਕੇ ਰਹਿ ਸਕਣ। ਜਦੋਂ ਤੱਕ ਟਰਸਟ ਦੇ ਚੇਅਰਮੈਨ ਕੋਈ ਡੀਮਾਰਕੇਸ਼ਨ ਨਹੀਂ ਕਰਦੇ ਉਦੋਂ ਤੱਕ ਕੁਝ ਵੀ ਪੋਸੀਬਲ ਨਹੀਂ ਹੈ। ਤੇ ਮੈਮ ਤੁਸੀਂ ਸਰਕਾਰ ਕੋਲੋਂ ਕੀ ਮੰਗ ਕਰ ਰਹੇ ਹੋ? ਉਹਨਾਂ ਦੇ ਹੱਕ ਦੇ ਲਈ ਕੀ ਮੰਗ ਕਰਨਾ ਚਾਹੁੰਦੇ ਹੋ? ਮੈਂ ਬਾਰ-ਬਾਰ ਇਹੀ ਕਹਾਂਗੀ ਜੀ ਕਿ ਅਸੀਂ ਨਹੀਂ ਕਹਿੰਦੇ ਕਿ ਦੇਖੋ ਸਰਕਾਰ ਵੀ ਜਨਤਾ ਦੀ ਹੈ, ਕੋਈ ਬਾਹਰ ਦੀ ਤਾਂ ਹੈ ਨਹੀਂ, ਜਨਤਾ ਸਰਕਾਰ ਦੀ ਹੈ ਤੇ ਸਰਕਾਰ ਜਨਤਾ ਦੀ ਹੈ। ਇਸ ਕਰਕੇ ਮਿਲ ਜੁਲ ਕੇ ਇਹੀ ਇੱਕ ਸਹੀ ਕਦਮ ਹੈ ਕਿ ਡੀਮਾਰਕੇਸ਼ਨ ਕਰਕੇ ਜੋ ਇਹਨਾਂ ਦੀ ਬੰਦੀ ਜਗ੍ਹਾ ਇਹਨਾਂ ਨੂੰ ਅਲਾਟ ਕੀਤਾ ਜਾਵੇ ਔਰ ਘਰ ਬਣਾਉਣ ਲਈ ਸਾਡੇ ਕੋਲ ਬਹੁਤ ਜਿਹੜੀਆਂ NGOs ਨੇ ਉਹ ਤਿਆਰ ਬੈਠੀਆਂ ਨੇ ਔਰ ਸਾਰੇ ਜਿਹੜੇ ਮਤਲਬ ਲਤੀਫਪੁਰਾ ਦੇ ਨਿਵਾਸੀ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਸੈਟੀਸਫਾਈਡ ਕਰਨਾ ਚਾਹੀਦਾ ਹੈ। ਮੈਮ ਅਗਰ ਗੱਲ ਕਰੀਏ ਲਤੀਫਪੁਰੇ ਇਲਾਕੇ ਦੀ ਤਾਂ ਲਤੀਫਪੁਰੇ ਦੇ ਵਿੱਚ ਜਦੋਂ ਅਸੀਂ ਆਮ ਜਨਤਾ ਦੇ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੇ ਕਿਹਾ ਕਿ ਜਦੋਂ ਵੋਟਾਂ ਦਾ ਟਾਈਮ ਹੁੰਦਾ ਤੇ ਉਦੋਂ ਸਾਡੇ ਕੋਲ ਸਾਰੇ ਹਰ ਕੋਈ ਆ ਜਾਂਦਾ ਆ ਤੇ ਜਦੋਂ ਸਾਡੇ ਘਰ ਤੋਂ ਸਾਨੂੰ ਬੇਘਰ ਕੀਤਾ ਗਿਆ ਤੇ ਉਦੋਂ ਸਾਡੇ ਕੋਲ ਕੋਈ ਨਹੀਂ ਆਇਆ। ਤੇ ਮੈਡਮ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਇਹਦੇ ਬਾਰੇ 'ਚ ਮੈਂ ਕਿਸੇ ਲਈ ਕੁਝ ਨਹੀਂ ਕਹਿ ਸਕਦੀ, ਮੈਂ ਤੇ ਆਪਣੇ ਲਈ ਦੱਸ ਸਕਦੀ ਹਾਂ ਕਿ ਮੈਂ ਹਮੇਸ਼ਾ ਉਹਨਾਂ ਦੇ ਨਾਲ ਅੱਗੇ ਵੀ ਖੜੀ ਸੀ, ਹੁਣ ਵੀ ਖੜੀ ਹਾਂ ਤੇ ਅੱਗੇ ਤੋਂ ਵੀ ਖੜੀ ਰਵਾਂਗੀ। ਬਾਕੀ ਹਰ ਇੱਕ ਦਾ ਆਪਣਾ ਆਪਣਾ ਵਰਕਿੰਗ ਦਾ ਸਟਾਈਲ ਹੈ, ਬਟ ਜਿੰਨੇ ਵੀ ਜਨਤਾ ਦੇ ਸੇਵਕ ਹੈ ਚਾਹੀਦਾ ਤਾਂ ਇਹ ਹੈ ਕਿ ਸਾਨੂੰ ਹਰ ਸੁੱਖ ਦੁੱਖ ਦੇ ਵਿੱਚ ਜਨਤਾ ਦੇ ਨਾਲ ਆ ਕੇ ਖੜੇ ਹੋਣਾ ਚਾਹੀਦਾ ਕਿਉਂਕਿ ਡੈਮੋਕ੍ਰੇਸੀ ਹੈ, ਇਹ ਡਿਕਟੇਟਰਸ਼ਿਪ ਤਾਂ ਹੈ ਨਹੀਂ ਹੈ। ਤੇ ਡੈਮੋਕ੍ਰੇਸੀ ਦੇ ਵਿੱਚ ਜਨਤਾ ਦੀ ਜਿਹੜੀ ਹੱਕ ਦੀ ਆਵਾਜ਼ ਉਹ ਸੁਣਨੀ ਚਾਹੀਦੀ ਹੈ, ਜਿਹੜੀ ਉਹਨਾਂ ਦੀ ਦੁੱਖ ਹੈ, ਉਹਨਾਂ ਦੀ ਪ੍ਰੋਬਲਮ ਹੈ, ਉਹਨਾਂ ਨੂੰ ਜਲਦੀ ਤੋਂ ਜਲਦੀ ਸੌਰਟ ਆਊਟ ਕਰਨਾ ਚਾਹੀਦਾ ਹੈ। ਔਰ ਦੂਸਰਾ ਇੱਕ ਮੈਸੇਜ ਹੋਰ ਵੀ ਮੈਂ ਦੇਣਾ ਚਾਹੂੰਗੀ, ਚਾਹੇ ਕੋਈ ਸਰਕਾਰੀ ਆਫਿਸਰਸ ਹੈ ਚਾਹੇ ਸਾਡੀ ਇੱਕ ਆਮ ਪਬਲਿਕ ਹੈ, ਸਾਨੂੰ ਇਹ ਚਾਹੀਦਾ ਹੈ ਅਸੀਂ ਕੋਈ ਵੀ ਬਿਲਡਿੰਗ ਬਣਾਉਣੀ ਹੈ। ਹੁਣ ਵੀ ਅਸੀਂ ਦੇਖ ਰਹੇ ਹਾਂ ਕਦੀ ਕਿਸੇ ਜਗ੍ਹਾ ਤੇ ਪੀਲਾ ਪੰਜਾ ਚੱਲ ਰਿਹਾ, ਕਦੀ ਕਿਸੇ ਜਗ੍ਹਾ ਤੇ ਪੀਲਾ ਪੰਜਾ ਚੱਲ ਰਿਹਾ, ਲੇਕਿਨ ਨੁਕਸਾਨ ਕਿਹਦਾ ਹੁੰਦਾ ਹੈ? ਨੁਕਸਾਨ ਉਸ ਦਾ ਹੁੰਦਾ ਜਿਹਨੇ ਬਿਲਡਿੰਗ ਬਣਾਈ ਹੁੰਦੀ ਹੈ। ਇਸ ਲਈ ਜਿਹੜੇ ਬਿਲਡਿੰਗ ਬਣਾਉਣ ਵਾਲੇ ਉਹਨਾਂ ਨੂੰ ਵੀ ਕੋਈ ਆਲਸ ਨਹੀਂ ਕਰਨਾ ਚਾਹੀਦਾ, ਆਫਿਸ ਦੇ ਵਿੱਚ ਜਾ ਕੇ ਜੋ ਵੀ ਉਹਨਾਂ ਦਾ ਫਾਈਲ ਵਰਕ ਹੈ ਚਾਹੇ 5 ਦਿਨ ਲੱਗਣ ਚਾਹੇ 10 ਦਿਨ ਲੱਗਣ, ਆਪਣਾ ਆਫਿਸ ਵਰਕ ਕੰਪਲੀਟ ਕਰਕੇ ਆਪਣੀਆਂ ਜਿਹੜੀਆਂ ਬਿਲਡਿੰਗਸ ਬਣਾਉਣੀਆਂ ਚਾਹੀਦੀਆਂ। ਉਹਦੇ ਨਾਲ ਕੀ ਹੋਏਗਾ, ਸਰਕਾਰ ਨੂੰ ਵੀ ਕੋਈ ਪ੍ਰੋਬਲਮ ਨਹੀਂ ਆਏਗੀ, ਜਨਤਾ ਨੂੰ ਵੀ ਪ੍ਰੋਬਲਮ ਨਹੀਂ ਆਏਗੀ। ਅਸੀਂ ਕਈ ਵਾਰੀ ਜਨਤਾ ਆਮ ਜਨਤਾ ਕੀ ਕਰਦੀ ਹੈ ਕਿ ਸਾਡੇ 4-5 ਦਿਨ ਲੱਗ ਜਾਣੇ ਆ, ਸਾਡਾ ਟਾਈਮ ਵੇਸਟ ਹੋ ਜਾਣਾ ਹੈ, ਅਸੀਂ ਆਫਿਸ ਵਰਕ ਕਰਨ ਨੂੰ ਥੋੜਾ ਜਿਹਾ ਘੋਲ ਕਰ ਲੈਂਦੇ ਆ, ਲੇਕਿਨ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਇਸ ਦੇ ਨਾਲ ਮੈਂ ਕਹਿੰਦੀ ਨੁਕਸਾਨ ਜਿਹੜਾ ਮੇਨ ਇੱਕ ਮਾਲਕ ਦਾ ਹੀ ਹੁੰਦਾ ਹੈ ਕਿਉਂਕਿ ਉਸ ਤਰ੍ਹਾਂ ਵੀ ਉਹ ਪੈਸੇ ਦੇ ਦਿੰਦੇ ਆ, ਉਸ ਤੋਂ ਬਾਅਦ ਜਦੋਂ ਬਿਲਡਿੰਗ ਬਣ ਗਈ ਉਹਦੇ ਵੀ ਪੈਸੇ ਖਰਚੇ ਗਏ, 5 ਸਾਲਾਂ ਬਾਅਦ 10 ਸਾਲਾਂ ਬਾਅਦ ਜਾਂ 15 ਸਾਲਾਂ ਬਾਅਦ ਜਦੋਂ ਉਹ ਡਿਮੋਲਿਸ਼ ਹੋ ਜਾਂਦੀ ਹੈ ਤੇ ਉਸ ਦਾ ਨੁਕਸਾਨ ਵੀ ਮਾਲਕ ਨੂੰ ਹੁੰਦਾ ਹੈ। ਇਸ ਕਰਕੇ ਬੈਟਰ ਇਹ ਹੈ ਕਿ 5-10 ਦਿਨ ਦਾ ਆਲਸ ਨਾ ਕਰਕੇ ਆਪਣੀ ਪ੍ਰੋਪਰ ਵਰਕ ਜਿਹੜਾ ਹੈ ਕਾਰਪੋਰੇਸ਼ਨ ਦਾ ਹੈ, ਚਾਹੇ ਟਰਸਟ ਦਾ, ਚਾਹੇ ਪੁੱਡਾ ਦਾ, ਚਾਹੇ PWD ਦਾ, ਜਿੱਥੇ ਦੀ ਵੀ ਫਾਈਲ ਵਰਕ ਹੋਵੇ ਉਹਨੂੰ ਕੰਪਲੀਟ ਕਰਕੇ ਹੀ ਜਿਹੜੀਆਂ ਆਪਣੀਆਂ ਬਿਲਡਿੰਗਸ ਨੂੰ ਬਣਾਉਣਾ ਚਾਹੀਦਾ। ਮੈਮ ਅਗਰ ਗੱਲ ਕਰੀਏ ਕਾਗਜ਼ਾਂ ਦੀ ਤਾਂ ਉੱਥੇ ਕਈ ਲੋਕਾਂ ਕੋਲ ਜਿਹੜੇ ਰਜਿਸਟਰੀਆਂ ਵੀ ਸੀਗੀਆਂ ਤੇ ਉਹਨਾਂ ਦੇ ਵੀ ਘਰ ਢਾਹ ਦਿੱਤੇ ਗਏ, ਤੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਦੇਖੋ DC ਸਾਹਿਬ ਨੇ ਸਾਰਾ ਕੁਝ ਮੰਗਾਇਆ ਇਹਨਾਂ ਕੋਲੋਂ, ਰਜਿਸਟਰੀਆਂ ਵੀ ਮੰਗਾਈਆਂ ਔਰ ਜਿਹੜੇ ਪ੍ਰੋਪਰਟੀ ਟੈਕਸ ਪੇ ਕਰ ਰਹੇ ਸੀ, ਬਿਜਲੀ ਦਾ ਟੈਕਸ ਪੇ ਕਰ ਰਹੇ ਸੀ, ਸਾਰੇ ਉਹਨਾਂ ਨੇ ਪੇਪਰ ਮੰਗਾਏ ਆ ਤੇ 1-2 ਦਿਨਾਂ ਵਿੱਚ ਸ਼ਾਇਦ ਇਹ ਭੇਜ ਦੇਣਗੇ ਤੇ ਉਸ ਤੋਂ ਬਾਅਦ
ਉਹਨਾਂ ਦੇ ਨਾਲ ਅਸੀਂ ਮੀਟਿੰਗ ਕਰਾਂਗੇ, ਉਹ ਦੱਸਣਗੇ ਕਿ ਇਹਦੇ ਬਾਰੇ 'ਚ ਕਰਨਾ ਹੈ। ਮੈਮ ਜਗ੍ਹਾ ਜਗ੍ਹਾ ਅਸੀਂ ਦੇਖਿਆ ਕਿ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ, ਨਾਲ ਨਾਲ ਤੁਸੀਂ ਘਰ ਵੀ ਸੰਭਾਲਦੇ ਹੋ, ਤੇ ਇਹ ਸਭ ਕੁਝ ਮੈਨੇਜ ਕਿੱਦਾਂ ਕਰਦੇ ਹੋ ਤੁਸੀਂ? ਦੇਖੋ, ਮੈਂ ਕਹਿੰਦੀ ਕਿ ਇਨਸਾਨ ਦੀ ਜਿਹੜੀ ਹੈ ਥਿੰਕਿੰਗ ਪੋਜ਼ਿਟਿਵ ਹੋਣੀ ਚਾਹੀਦੀ ਹੈ, ਉਹਨੂੰ ਪਰਮਾਤਮਾ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ। ਨਥਿੰਗ ਇਜ਼ ਇੰਪੋਸੀਬਲ। ਜੇ ਤੁਸੀਂ ਮਨ ਦੇ ਵਿੱਚ ਸੋਚ ਲੈਂਦੇ ਹੋ, ਵਿਚਾਰ ਕਰ ਲੈਂਦੇ ਹੋ ਕਿ ਮੈਂ ਕੰਮ ਕਰਨਾ ਹੈ, ਤੇ ਉਹ ਕੰਮ ਕਰਨ ਦੇ ਵਿੱਚ ਤੁਹਾਨੂੰ ਕਦੀ ਵੀ ਕੋਈ ਦਿੱਕਤ ਨਹੀਂ ਆਉਂਦੀ। ਔਰ ਉਸ ਪਰਮਾਤਮਾ ਦੀ ਬਹੁਤ ਕਿਰਪਾ ਹੈ। ਔਰ ਸਾਰੀਆਂ ਜਿਹੜੀਆਂ ਮੇਰੀਆਂ ਫੈਮਲੀਜ਼ ਨੇ, ਮੇਰੇ ਵਾਰਡ ਦੀਆਂ, ਮੇਰੇ ਪਰਿਵਾਰ ਨੇ, ਉਹਨਾਂ ਸਭ ਦੀਆਂ ਬਲੈਸਿੰਗਸ ਵੀ ਮੇਰੇ ਨਾਲ ਬਹੁਤ ਜ਼ਿਆਦਾ ਨੇ। ਮੈਮ ਤੁਹਾਨੂੰ ਮਤਲਬ ਜਿੱਦਾਂ ਕੋਈ ਰਾਤੀ ਗੱਲ ਹੋ ਜਾਂਦੀ ਹੈ, ਤੁਸੀਂ ਮਤਲਬ ਝੱਟ ਉੱਥੇ ਚਲੇ ਜਾਂਦੇ ਹੋ, ਤੇ ਮਤਲਬ ਤੁਹਾਨੂੰ ਕਦੀ ਡਰ ਨਹੀਂ ਲੱਗਿਆ ਕਿ ਮਤਲਬ ਤੁਹਾਡੇ ਨਾਲ ਕੁਝ ਵੀ ਹੋ ਸਕਦਾ ਆ? ਨਹੀਂ, ਮੈਂ ਤਾਂ ਹਮੇਸ਼ਾ ਹੀ ਕਹਿੰਦੀ ਕਿ ਪਰਮਾਤਮਾ ਦੀ ਮਿਹਰ ਹੋਣੀ ਚਾਹੀਦੀ ਹੈ। ਜੇਕਰ ਉਸ ਦੀ ਮਿਹਰ ਹੈ ਤੇ ਡਰਨ ਵਾਲੀ ਸਾਨੂੰ ਕੋਈ ਲੋੜ ਨਹੀਂ ਹੈ। ਜੇ ਉਹਦੀ ਮਿਹਰ ਨਹੀਂ ਹੈ ਤੇ ਫਿਰ ਹਰ ਸਮੇਂ ਹਰ ਜਗ੍ਹਾ ਤੇ ਫਿਰ ਤੇ ਘਰ ਦੇ ਅੰਦਰ ਬੈਠੇ ਹੋਏ ਵੀ ਡਰ ਹੈ। ਮੈਂ ਹਮੇਸ਼ਾ ਇਹੀ ਸੋਚਦੀ ਹਾਂ ਕਿ ਪਰਮਾਤਮਾ ਮੇਰੇ ਨਾਲ ਚੱਲਦੇ ਹੈ ਔਰ ਮੇਰੇ ਅੰਗ ਸੰਗ ਸਹਾਈ ਰਹਿੰਦੇ ਆ, ਜਿਹਦੇ ਕਰਕੇ ਮੈਂ ਆਪਣਾ, ਚਾਹੇ ਰਾਤ ਹੋਵੇ, ਭਾਵੇਂ ਦਿਨ ਹੋਵੇ, ਭਾਵੇਂ ਸਰਦੀ ਹੋਵੇ, ਭਾਵੇਂ ਗਰਮੀ ਹੋਵੇ, ਮੈਂ ਹਮੇਸ਼ਾ ਪਰਮਾਤਮਾ ਨੂੰ ਹਮੇਸ਼ਾ ਹੀ ਸੋਚਦੀ ਕਿ ਮੇਰੇ ਨਾਲ ਹੈ ਔਰ ਮੇਰੀ ਕੰਮ ਦੇ ਵਿੱਚ ਸਹਾਇਤਾ ਕਰ ਰਿਹਾ ਹੈ। ਅਸੀਂ ਵਾਰਡ ਨੰਬਰ 27 ਦੀ ਅਰੁਣਾ ਅਰੋੜਾ ਕੌਂਸਲਰ ਜੀ ਨਾਲ ਗੱਲਬਾਤ ਕੀਤੀ। ਉਹਨਾਂ ਸਾਨੂੰ ਦੱਸਿਆ ਕਿ ਉਹ ਕਿੱਦਾਂ ਆਮ ਜਨਤਾ ਦੇ ਲਈ ਹਮੇਸ਼ਾ ਖੜੇ ਰਹਿੰਦੇ ਨੇ, ਤੇ ਤੁਸੀਂ ਵੀ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ। ਤੇ ਇਸੇ ਤਰ੍ਹਾਂ ਸਾਡੇ ਚੈਨਲ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਦੇਖਦੇ ਰਹੋ ਪੰਜਾਬ ਪ੍ਰੋ ਟੀਵੀ।